ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਸਤਰ ਵਿਦਿਆ ਜਿਸ ਨੂੰ ਅਸੀਂ ਆਮ ਕਰਕੇ ਗੱਤਕਾ ਕਹਿੰਦੇ ਹਾਂ, ਜੇ ਅਸੀਂ ਇਤਿਹਾਸ ਵੱਲ ਦੇਖੀਏ ਇਹ ਆਪਣੇ ਗੁਰੂਆਂ ਦੀ ਦੇਣ, ਆਪਣੇ ਪੁਰਖਾਂ ਦੀ ਦੇਣ, ਆਪਣੇ ਜਿਹੜੇ ਸਿੱਖ ਬੀਬੀਆਂ ਉਹਨਾਂ ਦੀ ਦੇਣ। ਤੇ ਜੇ ਅਸੀਂ ਇਤਿਹਾਸ ਵੱਲ ਦੇਖੀਏ ਇਹ ਸਿਰਫ ਗੁਰੂਆਂ ਦੇ ਟਾਈਮ ਤੋਂ ਨਹੀਂ ਜੀ, ਇਹ ਜਿਹੜੀ ਗਿਆਨ ਆ ਸ਼ਸਤਰ ਵਿਦਿਆ ਜਿਹੜੀ ਗੱਤਕਾ ਦਾ ਗਿਆਨ ਆ ਇਹ ਉਹ ਤੋਂ ਪਹਿਲਾਂ ਕਾਫੀ 100 ਸਾਲ ਤੋਂ ਪਹਿਲਾਂ ਸੀਗੀ। ਸਿਰਫ ਫਰਕ ਸੀਗਾ ਕਿ ਉਹ ਇੰਨੀ ਆਰਗੇਨਾਈਜ਼ ਨਹੀਂ ਸੀਗੀ, ਉਹਦਾ ਕੋਈ ਸਟਰਕਚਰ ਨਹੀਂ ਸੀਗਾ। ਤੇ ਜੇ ਅਸੀਂ ਇਤਿਹਾਸ ਵੱਲ ਦੇਖੀਏ ਜਿਹੜੀ ਫਾਰਮਲ ਸਟਰਕਚਰ ਆਪਣੇ 6ਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹਨੂੰ ਫਾਰਮਲ ਬਣਾਇਆ ਤੇ ਜਿਹੜੇ ਸਬਸੀਕੁਐਂਟ ਗੁਰੂ ਗੋਬਿੰਦ ਸਿੰਘ ਤੱਕ ਉਹਨਾਂ ਨੇ ਉਹਦਾ ਜਿਹੜਾ ਕੇਂਦਰ ਆ ਜਿਹੜਾ ਕੈਮ ਆ ਜਿਹੜੀ ਫਾਈਨਲਾਈਜੇਸ਼ਨ ਆਫ ਦ ਗੱਤਕਾ ਮੂਵਮੈਂਟ ਵਗੈਰਾ ਉਹਨਾਂ ਨੇ ਬਣਾਈ। ਤੇ ਇਹ ਸਿਰਫ ਗੱਤਕਾ ਸਿਰਫ ਲੜਾਈ ਵਾਸਤੇ ਨਹੀਂ ਔਰ ਜੰਗ ਵਾਸਤੇ ਨਹੀਂ, ਉਹ ਅਸਲੀ ਆਪਣੀ ਜਿਹੜੀ ਰੂਹਾਨੀਅਤ ਆ ਆਪਣੀ ਜਿਹੜੀ ਸਪਿਰਿਚੁਅਲਿਟੀ ਉਹਨੂੰ ਕੰਟਰੋਲ ਵਾਸਤੇ ਰਿਅਲਾਈਜੇਸ਼ਨ ਆਫ ਦ ਕਨੈਕਸ਼ਨ ਵਾਸਤੇ ਬਣਾਇਆ ਗਿਆ ਸੀਗਾ। ਸੋ ਦੈਟਸ ਇਨ ਅ ਜਿਸਟ ਕਿ ਗੱਤਕਾ और शस्त्र विद्या है। एक गल असी कि रिमाइंड करना अपने आप को कि गतका सिर्फ लड़ाई वास्ते या सेल्फ डिफेंस वास्ते नहीं, ये नियते की रखिया वास्ते आ। दूसरी गल आ कि नाल दी नाल जो गतका सिखते आ उन्हों की जी सेल्फ एस्टीम ऑटोमैटिकली हो जाती। तो असी जे इतिहास वाल देखिए कि तकरीबन सारे जोड़े महाराजा रणजीत सिंह के फौज उन्होंने गतका का ज्ञान सीगा, वो काफ़ी माहिर सीगे गतके दे विच। ते भाई महाराज सिंह वो सिर्फ गतके च माहिर नहीं, ही वॉज अ वेरी स्पिरिचुअल पर्सन। सो वी कैन कंसिडर दैट द फर्स्ट of Gatka into this part of the world was through ਭਾਈ ਮਹਾਰਾਜਾ ਸਿੰਘ। ਤੇ ਫਿਰ ਉਸ ਤੋਂ ਬਾਅਦ ਕਾਫੀ ਜਿਹੜੇ ਸਿੱਖ ਸੀਗੇ ਜਿਹੜੇ ਪੁਲਿਸ ਦੇ ਵਿੱਚ ਉਹਨਾਂ ਨੂੰ ਵੀ ਥੋੜਾ ਬਹੁਤਾ ਗਿਆਨ ਸੀਗਾ ਗੱਤਕੇ ਦੇ ਵਿੱਚ। ਤੇ ਜੇ ਅਸੀਂ ਦੇਖੀਏ 1950s 1960s 1917 ਜੇ ਗੱਤਕੇ ਦਾ ਕੋਈ ਕੇਂਦਰ ਸੀਗਾ, ਕੋਈ ਸੈਂਟਰ ਸੀਗਾ ਮਲੇਸ਼ੀਆ ਦੇ ਵਿੱਚ, ਉਹ ਸੀਗਾ ਤਖਤ ਖਾਲਸੇ। ਤੇ ਉੱਥੇ ਕਾਫੀ ਬੱਚੇ, ਕਾਫੀ ਕਲਾਸਾਂ, ਕਾਫੀ ਉਸਤਾਦ ਆਏ ਗਏ ਤੇ ਜਿਨ੍ਹਾਂ ਨੇ ਜਿਹੜੀ ਗੱਤਕਾ ਦੀ ਗਿਆਨ ਦਾ ਕੀ ਪ੍ਰਫੁੱਲਤ ਕੀਤਾ, ਉਹਦੀ ਜਿਹੜੀ ਨੌਲੇਜ ਕੀ ਕਾਫੀ ਸਪਰੈਡ ਕੀਤੀ ਸੀ। ਸੋ ਜੇ ਮਲੇਸ਼ੀਆ ਤੇ ਹੋਰ ਜਗ੍ਹਾ ਤੇ ਹੈਗਾ ਉਹ ਤਖਤ ਖਾਲਸੇ ਤੋਂ ਸ਼ੁਰੂ ਹੋਇਆ। ਤੇ ਹੁਣ ਅਸੀਂ ਕੰਮ ਪੰਡਾਂ ਤੇ ਵੀ ਸ਼ੁਰੂ ਕੀਤਾ ਤਕਰੀਬਨ 2009-2010 ਦੇ ਵਿੱਚ ਅਸੀਂ ਕੀ ਫਾਰਮਲੀ ਸ਼ੁਰੂ ਕੀਤਾ। ਤੇ ਉਹ ਹੁਣ ਆਪਣੀਆਂ ਕਲਾਸਾਂ ਚਾਲੂ ਹੁੰਦੀਆਂ ਹੁਣ ਤੱਕ ਉਹ ਜਿਹੜੇ ਕਲਾਸਾਂ। ਤੇ ਜਿਹੜੇ ਕੰਪ ਪੰਡਾਂ ਦੇ ਵਿੱਚ ਜਿਹੜੇ ਆਮ ਤੌਰ ਤੇ ਜਿਹੜੇ ਬੱਚੇ ਆਫਕੋਰਸ ਕੰਪ ਪੰਡਾਂ ਆਲੇ ਦੁਆਲੇ, ਪਰ ਆਪਣੇ ਵੀ ਬੱਚੇ ਹੈਗੇ ਜਿਹੜੇ ਸਰੰਬਨ ਤੋਂ ਵੀ ਆਉਂਦੇ ਆ, ਕੋਈ ਬੱਚੇ ਕਲੈਂਕ ਤੋਂ ਵੀ ਆਉਂਦੇ ਹਰ ਸੰਡੇ ਗੱਤਕਾ ਸਿੱਖਣ। ਤੇ ਇੱਥੇ ਫਾਰਮਲੀ ਅਸੀਂ 3 ਘੰਟੇ ਹੁੰਦੇ ਤੇ ਜਦੋਂ ਸਕੂਲ ਦੀਆਂ ਛੁੱਟੀਆਂ ਉਦੋਂ ਅਸੀਂ ਆਪਣੇ ਫਿਰ ਐਕਸਟਰਾ ਕਲਾਸਿਸ ਕਰ ਲੈਂਦੇ। ਤੇ ਕੋਈ ਸਾਲ ਪਹਿਲਾਂ ਅਸੀਂ ਜਿਹੜਾ ਪਹਿਲਾ ਕਿ ਗੱਤਕਾ ਚੈਂਪੀਅਨਸ਼ਿਪ ਅਸੀਂ ਇੱਥੇ ਕੰਪ ਪੰਡਾਂ ਕੀਤੀ ਸੀ। ਹੁਣ ਸਵਾਲ ਕਾਫੀ ਪੁੱਛੋਗੇ ਕਿ ਕੀ ਲੋੜ ਆ ਗੱਤਕੇ ਦੀ। ਤੇ ਜਿਹੜੇ ਅਸੀਂ ਦੇਖਿਆ ਇੰਨੇ ਸਾਲਾਂ ਤੋਂ ਬਾਅਦ ਜਿਹੜੇ ਬੱਚੇ ਗੱਤਕੇ ਦੇ ਵਿੱਚ ਆ ਤੇ ਜਿਹੜੇ ਪੱਲੇ ਗੱਤਕੇ ਦੇ ਵਿੱਚ, ਇਹਨਾਂ ਦੀ ਜਿਹੜੀ ਸੁਭਾਅ, ਇਹਨਾਂ ਦੀ ਜਿਹੜੀ ਰਿਐਕਸ਼ਨ ਆ, ਇਹਨਾਂ ਦਾ ਜਿਹੜਾ ਖਿਆਲ ਆ ਕਾਫੀ ਬਦਲਿਆ। ਤੇ ਸਿਰਫ ਗੱਤਕੇ ਦੇ ਨਾਲ ਨਹੀਂ ਪਰ ਗੱਤਕੇ ਦੇ ਕਰਕੇ ਉਹਨਾਂ ਨੂੰ ਐਕਸਟਰਾ ਮਿਲਿਆ। ਤੇ ਆਪਣੇ ਕੋਈ ਬੱਚੇ ਹੈਗੇ ਜੇ ਮੈਂ ਤੁਹਾਨੂੰ ਸ਼ੇਅਰ ਕਰਦਾ, ਆਪਣੇ ਬੱਚੇ ਹੈਗੇ ਜਿਹੜੇ ਕਿ ਫਾਰਮ 5 ਤੋਂ ਬਾਅਦ ਆਮ ਤੌਰ ਤੇ ਲੋਕ ਛੁੱਟੀਆਂ ਵਗੈਰਾ 'ਚ, ਤੇ ਇਹ ਬੱਚੇ ਜਿਸ ਤਰ੍ਹਾਂ ਕਿ ਇੱਕ ਬੱਚਾ ਸੀਗਾ ਆਪਣਾ ਉਹ ਕੈਨਿਆ ਗਿਆ ਸੇਵਾ ਕਰਨ, ਜਿਹੜੀ ਸਭ ਤੋਂ ਰੱਦੀ ਪਹਿਲਾਂ ਅਫਰੀਕਾ ਇੰਨਾ ਗਰੀਬ ਆ ਤੇ ਉੱਥੇ ਇੱਕ ਡੰਪ ਹੈਗੀ ਆ ਜਿੱਥੇ ਕਿ ਹੋਰ ਗਰੀਬ ਤੇ ਇਹ ਬੱਚਾ ਉੱਥੇ ਗਿਆ ਤਾਂ ਕਿ ਸੇਵਾ ਕਰ ਸਕੇ ਸਿੱਖੀ ਦਾ। ਪਰ ਜਿਹੜੀ ਕੌਨਫੀਡੈਂਸ ਉਹਨੂੰ ਮਿਲੀ ਸੀਗੀ ਗੱਤਕੇ ਦੇ ਕਰਕੇ ਗਿਆ, ਨਹੀਂ ਤੇ ਹੋਰ ਕੋਈ ਬਹਾਨਾ ਨਹੀਂ ਸੀਗਾ। ਕੋਈ ਆਪਣੇ ਬੱਚੇ ਹੈਗੇ ਆ ਜਿਹੜੇ ਕਿ ਨੇਪਾਲ ਗਏ ਫਾਰਮ 5 ਤੋਂ ਬਾਅਦ ਤੇ ਬੱਚਿਆਂ ਨੂੰ ਸਿਖਾਉਣ ਨੂੰ ਅੰਗਰੇਜ਼ੀ ਤੇ ਗੱਤਕਾ। ਤੇ ਅਗਲੇ ਸਾਲ ਆਪਣੇ 2 ਬੱਚੀਆਂ ਗ੍ਰੀਸ ਨੂੰ ਚੱਲੀਆਂ ਤਾਂ ਕਿ ਗ੍ਰੀਸ ਤੇ ਜਾ ਕੇ ਬੱਚਿਆਂ ਉਹ ਜਿਹੜੇ ਯਾਜ਼ੀਦੀ ਆ ਜਿਹੜੇ ਕਿ ਵਾਰ ਜ਼ੋਨ ਤੋਂ ਆਈਆਂ ਉਹਨਾਂ ਨੂੰ ਗੱਤਕਾ ਡਾਂਗ ਸਿਖਾ ਸਕਦੀਆਂ। ਓਕੇ, ਜੇ ਤੁਸੀਂ ਹੁਣ ਦੇਖੀਏ ਜਿਹੜੇ ਆਪਣੇ ਬੀਬੀਆਂ ਤੇ ਆਪਣੇ ਮੁੰਡੇ ਜਿਹੜੇ ਕਿ ਉਹਨਾਂ ਦੀ ਜਿਹੜੀ ਗੱਤਕੇ ਦਾ ਬਾਣਾ ਆ ਤਕਰੀਬਨ 80-90% ਸੇਮ ਆ, ਸਿਮਿਲਰ। ਓਕੇ, ਦ ਮੇਨ ਡਿਫਰੈਂਸ ਇਜ਼ ਜਿਹੜੇ ਕਿ ਮੁੰਡੇ ਆ ਉਹ ਕਸ਼ਹਿਰੇ ਦੇ ਵਿੱਚ ਕਿ ਗੱਤਕੇ ਦਾ ਪਰਫਾਰਮੈਂਸ ਕਰਦੇ ਤੇ ਜਿਹੜੇ ਬੀਬੀਆਂ ਆ ਉਹ ਕਿ ਪਜਾਮੇ ਦੇ ਵਿੱਚ ਪਰਫਾਰਮੈਂਸ ਕਰਦੀਆਂ ਆ। ਦੈਨ ਯੂ ਆਲਸੋ ਪ੍ਰੋਬੇਬਲੀ ਰਿਅਲਾਈਜ਼ ਜੇ ਤੁਸੀਂ ਕਿ ਸ਼ਾਇਦ ਦੇਖਿਆ ਹੋਣਾ ਕਿ ਜਿਹੜੇ ਦਸਤਾਰ ਜਿਹੜੇ ਕਿ ਬੰਦੇ ਆ ਤੇ ਉੱਥੇ ਕਾਫੀ ਡੈਕੋਰੇਸ਼ਨ ਕੋਟ ਅਨਕੋਟ ਜਿਹੜੇ ਤੁਸੀਂ ਦੇਖਦੇ ਆ, ਪਰ ਉਹ ਐਕਚੁਅਲੀ ਡੈਕੋਰੇਸ਼ਨ ਨਹੀਂ ਗੇ। ਹਰ ਚੀਜ਼ ਜਿਹੜੇ ਆਪਣੇ ਗੁਰੂਆਂ ਨੇ ਦਿੱਤਾ ਇੰਕਲੂਡਿੰਗ ਦ ਬਾਣਾ, ਉਹਦਾ ਸਿਗਨੀਫਿਕੈਂਟ ਹੈਗਾ, ਉਹਦਾ ਕੋਈ ਪਰਪਸ ਹੈਗਾ ਆ। ਕਮਲ ਕਸਾ ਕੀ ਉਹਦਾ ਪਰਪਸ ਆ? ਕੋਈ ਲੋਕ ਸੋਚਦੇ ਕਿ ਉਹਨਾਂ ਨੇ ਬੰਨ ਲਿਆ ਤਾਂ ਕਿ ਕਸ਼ਹਿਰਾ ਨਹੀਂ ਦਿਖਦਾ ਵਟਐਵਰ, ਇਟ ਇਜ਼ ਨੋਟ। ਦ ਮੇਨ ਪਰਪਸ ਇਜ਼ ਦੈਟ ਕਿਉਂਕਿ ਕਮਲ ਕਸਾ ਉਹ ਜਿਹੜਾ ਆਪਣਾ ਨੇਵਲ ਆ, ਜੇ ਅਸੀਂ ਦੇਖੀਏ ਜਿਹੜੀ ਆਪਣੀ ਐਨਰਜੀ ਟੂ ਅ ਸਰਟਨ ਐਕਸਟੈਂਟ ਇਜ਼ ਕਨਸੈਂਟਰੇਟਡ ਔਨ ਦ ਨੇਵਲ। ਤੇ ਜੇ ਤੁਸੀਂ ਦੇਖੋ ਜਿਹੜੇ ਵੇਟ ਲਿਫਟਰਸ ਆ, ਵੇਟ ਲਿਫਟ ਕਰਨ ਤੋਂ ਪਹਿਲਾਂ ਉਹ ਕੀ ਕਰਦੇ, ਉਹ ਬੈਲਟ ਪਹਿਲਾਂ ਟਾਈਟ ਕਰ ਲੈਂਦੇ ਬਿਕੋਜ਼ ਦੇ ਵਾਂਟ ਟੂ ਪੁੱਟ ਅ pressure on your navel. Kamalai Kasaya has the same meaning.
and that is once you have put a pressure on a navel, then the energy is supposed to flow out, same like the weightlifters. Exactly. ਪਰ ਇਹ ਆਪਣੇ ਗੁਰੂਆਂ ਨੇ 500-600 ਸਾਲ ਪਹਿਲਾਂ ਹੀ ਦੱਸਤਾ ਸੀਗਾ, ਹੁਣ ਨਹੀਂ। ਸੋ ਹੁਣ ਜੇ ਤੁਸੀਂ ਦੇਖੀਏ ਦਸਤਾਰ ਦੇ ਵਿੱਚ ਕਾਫੀ ਡੈਕੋਰੇਸ਼ਨ ਉਹਨਾਂ ਕੋਲ ਹੈਗੇ, ਪਰ ਇਹ ਡੈਕੋਰੇਸ਼ਨ ਨਹੀਂ, ਇਹ ਸਾਰੀ ਚੀਜ਼ਾਂ ਜਿਹੜੇ ਗੱਤਕੇ ਵਾਲੇ ਨੇ ਪਾਈਆਂ, ਓਕੇ, ਇਹਦੇ ਪਰਪਸ ਹੈਗੇ, ਇਹ ਸਿਰਫ ਸਜਾਉਣ ਵਾਸਤੇ ਨਹੀਂ ਹੁੰਦਾ। ਤੇ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ ਜੇ ਤੁਸੀਂ ਦੇਖਿਓ ਜਿਹੜੀ ਰਾਊਂਡ ਚੀਜ਼ ਪਾਉਂਦੇ ਆ ਉਹ ਚੱਕਰ, ਤੇ ਗੁਰੂ ਮਹਾਰਾਜ ਦੇ ਸਮੇਂ ਕੀ ਕਰਦੇ ਹੁੰਦੇ ਸੀਗੇ, ਉਹ ਜਿਹੜਾ ਚੱਕਰ ਉਹ ਕੱਢ ਕੇ ਤੇ ਜਦੋਂ ਕਿ ਉਹਨਾਂ ਦੇ ਜਿਹੜੇ ਦੁਸ਼ਮਣ ਨਾਲ ਲਾਗੇ ਹੋ ਜਾਂਦੇ, ਇਹਨਾਂ ਦੇ ਫਿਰ ਚੱਕਰ ਸੁੱਟਦੇ ਤਾਂ ਕਿ ਉਹ ਫਿਰ ਚੱਕਰ ਜਾ ਕੇ ਉਹਨਾਂ ਦੇ ਹੱਥ ਜਾਂ ਨੱਕ ਜਾਂ ਕੰਨ ਜਿਹੜਾ ਦੁਸ਼ਮਣ ਦਾ ਉਹਨਾਂ ਵੱਢਦਾ ਆ। ਆਪਣੇ ਬੱਚੇ ਨਵੇਂ ਸ਼ਾਮਲ ਹੁੰਦੇ ਆਪਣੇ ਅਖਾੜੇ ਦੇ ਵਿੱਚ ਬਿਨਾਂ ਸ਼ਸਤਰ, ਉਹ ਜਿਹੜੇ ਸਟੈਪਿੰਗਸ ਅਸੀਂ ਕਹਿੰਦੇ ਸਟੈਪਿੰਗਸ, ਉਹ ਪ੍ਰੈਕਟਿਸ ਕਰਦੇ। ਉਹ ਹੀ ਸਿਰਫ ਸਟੈਪਿੰਗ ਦਾ ਪ੍ਰੈਕਟਿਸ ਹੀ ਤਕਰੀਬਨ 2 ਮਹੀਨੇ ਲੱਗ ਜਾਂਦੇ, ਤੇ ਫਿਰ ਜਿਹੜਾ ਪਹਿਲਾ ਸ਼ਸਤਰ ਸਮਝ ਲਓ ਅਸੀਂ ਦਿੰਦੇ, ਉਹਨੂੰ ਅਸੀਂ ਫੜੀ ਦਿੰਦੇ ਹਾਂ। ਬੇਸਿਕਲੀ ਉਹ ਇੱਕ ਕੀ ਕੇਨ ਤੇ ਇੱਕ ਕਿਰਪਾਨ ਵਾਂਗੂ ਸਿਰਫ ਇਹ ਪ੍ਰੈਕਟਿਸ 'ਚ ਵਰਤਦੇ ਆ। ਫੇਰ ਹੀ ਅਸੀਂ ਐਕਚੁਅਲ ਜਿਹੜੀ ਕਿਰਪਾਨ ਆ ਔਰ ਸ੍ਰੀ ਸਾਹਿਬ ਫੇਰ ਹੀ ਅਸੀਂ ਉਹਨਾਂ ਨੂੰ ਦਿੰਦੇ ਆ। ਫਿਰ ਨਾਲ ਦੇ ਨਾਲ ਆਪਣੇ ਕਾਫੀ ਜਾਲ ਵਗੈਰਾ ਜਿਹੜੇ ਆਪਣੇ ਡਿਫਰੈਂਟ ਸ਼ਸਤਰ ਹੁੰਦੇ ਆ, ਪਰ ਜਿਹੜਾ ਮੋਢ ਆ ਉਹ ਫੜੀ ਤੋਂ ਹੁੰਦਾ ਆ। ਗੱਤਕਾ ਦਾ ਪਰਫਾਰਮੈਂਸ ਜੋ ਸ਼ੁਰੂ ਹੁੰਦਾ ਉਦੋਂ ਪੈਂਤਰਾ ਹੁੰਦਾ, ਉਹ ਪੈਂਤਰਾ ਤਕਰੀਬਨ 60 to 90 ਸੈਕਿੰਡਸ ਆ ਇੱਕ ਬੰਦਾ ਪੈਂਤਰਾ ਜੋ ਕਰਦਾ, ਤੇ ਉਹ ਪੈਂਤਰਾ ਵਿਦਿਨ ਦੈਟ 60 ਸੈਕਿੰਡਸ ਇੰਨੇ ਥੱਕ ਜਾਂਦੇ ਆ ਕਿ ਕਿਉਂਕਿ ਉਹਦਾ ਮੂਵਮੈਂਟ ਆ, ਉਹਨਾਂ ਦਾ ਜਿਹੜਾ ਚੈਸਟ ਐਕਸਪੈਂਸ਼ਨਸ ਹੁੰਦਾ ਆ, ਇਹ ਸਾਰਾ ਇਸ ਇਕੁਇਵਲੈਂਟ ਟੂ ਰਨਿੰਗ ਅਰਾਊਂਡ ਅ ਫੁੱਟਬਾਲ ਫੀਲਡ 2 ਟਾਈਮਸ। ਜਿਹੜਾ ਫੁੱਟਬਾਲ ਦਾ ਪੜਾਂਗ ਆ ਫੀਲਡ ਆ, ਉਹ 2 ਵਾਰੀ ਜੋ ਘੁੰਮਦੇ ਆ ਨਾ, ਇਸ ਇਕੁਇਵਲੈਂਟ to this 60 to 90 seconds of Pentra. And we also have seen that from some research been done in India and also in Canada ਕਿ ਜਿਹੜਾ ਪੈਂਤਰਾ ਆ ਇੰਨਾ ਚੰਗਾ ਆ ਚੈਸਟ ਐਕਸਪੈਂਸ਼ਨ ਵਾਸਤੇ ਕਿ ਜੇ ਬੰਦੇ ਕੋਲ ਆਸਮਾ ਵਗੈਰਾ ਹੈਗੀ, it improves the person's health. So these are the few things that we can get from the Gatka. I mean of course ਜੋ ਟ੍ਰੇਨਿੰਗ ਆਪਣੀ ਹੁੰਦੀ ਤੇ ਆਪਾਂ ਨੂੰ ਕਿ ਪਰਫਾਰਮੈਂਸ ਵਾਸਤੇ ਵੀ ਕਾਫੀ ਮੌਕਾ ਮਿਲਦਾ ਆ, ਤੇ ਗੁਰੂ ਦੀ ਮਹਾਰਾਜ ਦੀ ਕਿਰਪਾ ਦੇ ਨਾਲ ਕਾਫੀ ਜਗ੍ਹਾ ਅਸੀਂ ਜਾ ਕੇ ਪਰਫਾਰਮੈਂਸ ਕੀਤਾ। ਜੇ ਅਸੀਂ ਮਲੇਸ਼ੀਆ ਦੇਖ ਲਈਏ, ਜਿਸ ਤਰ੍ਹਾਂ ਕਿ ਨੈਸ਼ਨਲ ਲੈਵਲ ਵਿਸਾਖੀ ਓਪਨ ਹਾਊਸ ਅਸੀਂ ਮਾਟਿਕ ਵਗੈਰਾ ਕੀਤਾ ਆ, ਸਟੇਟ ਲੈਵਲ ਪਨਾਂਗ ਹੋਵੇ ਜਾਂ ਈਪੋ ਹੋਵੇ ਜਾਂ ਕੋਲੰਪਰ ਵਗੈਰਾ ਅਸੀਂ ਕੀਤਾ। ਇੱਥੇ ਤੱਕ ਅਸੀਂ ਜਿਹੜੇ ਜੌਹਰ ਦੇ ਸੁਲਤਾਨ ਆ ਉਹਦੇ ਸਾਹਮਣੇ ਵੀ ਅਸੀਂ ਪਰਫਾਰਮੈਂਸ ਕੀਤਾ, ਤੇ ਉਹ ਬਹੁਤ ਨਿਹਾਲ ਹੋਏ ਸੀਗੇ ਜਿਹੜੇ ਜੌਹਰ ਦੇ ਪ੍ਰੈਜ਼ੈਂਟ ਸੁਲਤਾਨ ਆ। ਸੋ ਉੱਥੇ ਵੀ ਅਸੀਂ ਕੀਤਾ, ਸਕੂਲਾਂ ਦੇ ਵਿੱਚ ਵੀ ਕੀਤਾ, ਕੋਈ ਜਿੱਥੇ ਸਿੱਖ ਸੁਸਾਇਟੀਜ਼ ਵਗੈਰਾ ਹੈਗੀਆਂ, ਤੇ ਉਹਨਾਂ ਨੇ ਜਿਹੜੇ ਹੋਰ ਕੌਮਾਂ ਨੂੰ ਸਿੱਖੀ ਬਾਰੇ ਦਿਖਾਉਣਾ। ਆਮ ਤੌਰ ਤੇ ਅਸੀਂ ਸਿਰਫ ਭੰਗੜਾ ਤੇ ਗਿੱਧਾ ਹੀ ਦਿਖਾਉਂਦੇ ਹਾਂ, ਤੇ ਹੁਣ ਅਸੀਂ ਕੋਈ ਸਕੂਲਾਂ ਤੇ, ਜਿਸ ਤਰ੍ਹਾਂ ਕਿ ਰੀਜ਼ਨਲੀ ਅਸੀਂ ਈਪੋ ACS ਸਕੂਲ ਤੇ ਪਰਫਾਰਮੈਂਸ ਕੀਤਾ ਸੀ ਡਿਊਰਿੰਗ ਦਿਆ ਮੰਡੇ ਕੀ ਅਸੈਂਬਲੀ। ਸੋ ਫਿਰ ਇੱਥੇ ਕਰਦੇ ਅਸੀਂ ਥਾਈਲੈਂਡ ਵੀ ਚੱਲ ਗਏ ਪਰਫਾਰਮੈਂਸ ਕਰਨ ਵਾਸਤੇ, ਸਿੰਗਾਪੁਰ ਵਿੱਚ ਕਾਫੀ ਵਾਰੀ ਅਸੀਂ ਚੱਲ ਗਏ ਪਰਫਾਰਮੈਂਸ ਕਰਨ ਵਾਸਤੇ। ਸੋ ਦੈਟਸ ਇਨ ਜਿਸਟ। ਤੇ ਜਿੱਥੇ ਵੀ ਆਪਾਂ ਨੂੰ ਲੋੜ ਪੈਂਦੀ ਆ ਮੰਗ, ਜਿੱਥੇ ਕਿ ਅਸੀਂ ਦਿਖਾ ਸਕਦੇ ਹੋਰ ਕੌਮਾਂ ਨੂੰ ਕਿ ਇਹ ਸਿਖਾਉਣ ਦੀ ਮਾਰਸ਼ਲ ਆਰਟ ਆ, ਤੇ ਇਹ ਕਾਫੀ ਹੈਰਾਨ ਹੁੰਦੇ। 3 ਸਾਲ ਪਹਿਲਾਂ ਦੇਰ ਵਾਸ ਅ ਗੈਦਰਿੰਗ ਆਫ ਆਲ ਦ ਮਾਰਸ਼ਲ ਆਰਟਸ ਇਨ ਪਿਨੈਂਗ। ਸੋ ਉੱਥੇ ਸਿਲਾਟ ਸੀਗੇ, ਸਿਲੰਬਮ ਸੀਗਾ ਵਗੈਰਾ ਵਗੈਰਾ, ਤੇ ਤੁਸੀਂ ਹੈਰਾਨ ਹੋਗੇ ਕਿ ਜਦੋਂ ਗੱਤਕਾ ਦੀ ਪਰਫਾਰਮੈਂਸ ਹੋਈ ਸੀਗੀ, ਜਿੰਨੇ ਵੀ ਲੋਕ ਉਹ ਦੀਵਾਨ ਦੇ ਵਿੱਚ ਸੇ ਸਾਰੇ ਉੱਠ ਕੇ ਤੇ ਤਾਲੀਆਂ ਵਜਾਉਂਦੇ। ਆਪਾਂ ਨੂੰ ਨਹੀਂ ਤਾਲੀਆਂ ਵਜਾਉਂਦੇ, ਗੁਰੂ ਦੀ ਦੇਣ ਦੀ ਜਿਹੜੀ ਆਰਟ ਆ ਉਹਨੂੰ ਤਾਲੀਆਂ ਵਜਾਉਂਦੇ ਸੀ। ਇਹ ਗੱਤਕਾ ਸਿਰਫ ਆਪਾਂ ਨੂੰ ਸਪਿਰਿਚੁਅਲ ਸਟਰੈਂਥ ਜਾਂ ਫਿਜ਼ੀਕਲ ਸਟਰੈਂਥ ਨਹੀਂ ਦਿੰਦਾ, ਆਪਾਂ ਨੂੰ ਗਰਾਊਂਡਿੰਗ ਦਿੰਦੀ ਆ। ਤੇ ਜੇ ਅਸੀਂ ਦੇਖੀਏ ਐਟ ਦ ਪ੍ਰੈਜ਼ੈਂਟ ਸਿਚੁਏਸ਼ਨ, ਜਿੱਥੇ ਕਿ ਸਟ੍ਰੈਸ ਆ, ਟੀਨੇਜ ਸੁਇਸਾਈਡ ਵਗੈਰਾ, ਆਪਾਂ ਨੂੰ ਕੁਝ ਗਰਾਊਂਡਿੰਗ ਚਾਹੀਦੀ। ਤੇ ਗੱਤਕਾ ਗੁਰੂ ਮਹਾਰਾਜ ਦੇ ਟਾਈਮ ਜਦੋਂ ਇੰਨੇ ਕਤਲੇਆਮ ਹੁੰਦਾ ਸੀਗਾ, ਜੰਗ ਹੁੰਦਾ ਸੀਗਾ, ਉਦੋਂ ਵੀ ਉਹਨਾਂ ਨੂੰ ਗਰਾਊਂਡਿੰਗ ਦਿੱਤਾ। ਜਦੋਂ ਸਿੱਖ ਜੰਗਲਾਂ ਦੇ ਵਿੱਚ ਜਾਂਦੇ ਸੀਗੇ ਉਦੋਂ ਵੀ ਗਰਾਊਂਡਿੰਗ ਦਿੱਤਾ। ਤੇ ਹੁਣ ਵਿਦ ਆਲ ਦਿਸ ਟੈਕਨੋਲੋਜੀ ਐਂਡ ਦ ਇਨਕਰੀਜ਼ ਆਫ ਸੁਇਸਾਈਡ, we need a grounding, and Gatka gives you the grounding, and not only gives you grounding, ਤੇ ਜਿਸ ਤਰ੍ਹਾਂ ਆਪਣੇ ਗੁਰੂਆਂ ਨੇ ਆਪਾਂ ਨੂੰ ਬਖਸ਼ਿਆ 1.25 ਲੱਖ ਸੇ 1 ਲੜਾਊਂ, ਸਿਰਫ ਫਿਜ਼ੀਕਲ ਤੌਰ ਤੇ ਨਹੀਂ ਮੈਂਟਲ ਤੌਰ ਤੇ ਆ, ਤੇ ਇਹ ਆਪਾਂ ਨੂੰ ਕੌਨਫੀਡੈਂਸ ਦਿੱਤਾ ਤੇ ਗਰਾਊਂਡਿੰਗ ਦਿੱਤਾ।